ਦਿੱਤੀ ਆ ਸਮੇਂ ਸਿਰ ਇੱਕ ਫਾਂਸੀ ਦਾ ਫੰਦਾ ਕਾਨੂੰਨਾਂ ਦੇ ਰੂਪ ਵਿੱਚ ਤੁਹਾਡੇ ਲਈ ਤਿਆਰ ਕਰਤਾ। ਤਿਆਰ ਕਰਕੇ ਇਹ ਤਿਆਰ ਕਰਨ ਨੂੰ ਕਈ 7 8 10 ਸਾਲ ਲੱਗੇ ਆ। ਸਾਰੇ ਹੀ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਸਾਰੀਆਂ ਹੀ ਭਾਗੀਦਾਰ ਆ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਇੱਕ ਪਾਰਟੀ ਭਾਗੀਦਾਰ ਆ, ਕਿਉਂਕਿ ਇਹਨਾਂ ਨੇ ਆਪਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਵੀ ਇਸ ਤਰ੍ਹਾਂ ਮਾਹੌਲ ਸੈਂਟਰ ਵੱਲੋਂ ਸਿਰਜਿਆ ਜਾ ਰਿਹਾ ਜੋ ਕਿ ਕਿਸਾਨਾਂ ਲਈ ਬਹੁਤ ਹੀ ਜ਼ਿਆਦਾ ਮਾਰੂ ਸਾਬਤ ਹੋਵੇਗਾ। ਇਸ ਅਧੀਨ ਜੋ ਫਾਂਸੀ ਦਾ ਫੰਦਾ ਸਰਕਾਰ ਨੇ, ਸੈਂਟਰ ਸਰਕਾਰ ਨੇ ਤਿਆਰ ਕੀਤਾ, ਉਹ ਆਪਣੀ ਸਰਕਾਰ ਸੈਂਟਰ ਨੇ ਆਪਣੇ ਗਲ ਵਿੱਚ ਪਾ ਕੇ ਕਾਨੂੰਨ ਦੇ ਰੂਪ ਵਿੱਚ ਖਿੱਚ ਲਿਆ। ਕਿਸਾਨਾਂ ਦੇ ਗਲ ਦੇ ਵਿੱਚ ਪਾ ਕੇ ਕਾਨੂੰਨਾਂ ਨੂੰ ਅਮਲੀ ਰੂਪ ਪਹਿਨਾ ਕੇ ਖਿੱਚ ਲਿਆ। ਹੁਣ ਆਪਣੇ ਕਿਸਾਨ ਵੀਰ ਸਮੂਹ ਇਕੱਲੇ ਪੰਜਾਬ ਦੇ ਨਹੀਂ, ਇੱਥੇ ਕਿਹਾ ਜਾਂਦਾ ਵੀ ਇਹ ਅੰਦੋਲਨ ਪੰਜਾਬ ਦਾ ਹੈ, ਇਹ ਅੰਦੋਲਨ ਸਮੂਹ ਦੇਸ਼ ਦਾ ਹੈ, ਸਮੂਹ ਕਿਸਾਨਾਂ ਦਾ ਆ, ਸਮੂਹ ਨੌਜਵਾਨਾਂ ਦਾ, ਸਮੂਹ ਹਰੇਕ ਧਰਮ ਦਾ, ਜਿਹੜੇ ਕਿ ਆਪਣੇ ਇਸ ਦੇਸ਼ ਦੇ ਵਿੱਚ ਦੇਸ਼ ਵਾਸੀ ਹਨ। ਉਹਨਾਂ ਸਾਰਿਆਂ ਦਾ ਇੱਥੇ ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ। ਸੈਂਟਰ ਸਰਕਾਰ ਨੇ ਰੱਸਾ ਗਲ 'ਚ ਪਾ ਕੇ ਗੰਢ ਦੇਤੀ ਆ। ਆਪਾਂ ਹੁਣ ਪਿਛਲੇ 2 ਮਹੀਨੇ ਤੋਂ ਜਿਵੇਂ ਹੀ ਉਹਨੇ ਗੰਢ ਟੈਟ ਕੀਤੀ, ਦਿੱਲੀ ਜਾ ਕੇ ਡੇਰੇ ਲਾਏ ਹੋਏ ਆ, ਔਰ ਆਪਾਂ ਕੋਸ਼ਿਸ਼ ਕਰ ਰਹੇ ਆ ਇਸ ਗੰਢ ਨੂੰ ਖੁੱਲ੍ਹ ਕੇ ਨਿਕਲਿਆ ਜਾਵੇ। ਪਰ ਸੈਂਟਰ ਸਰਕਾਰ ਉਸ ਗੰਢ ਨੂੰ ਢਿੱਲੀ ਕਰਨ ਦੀ ਤਾਂ ਕੋਸ਼ਿਸ਼ ਕਰ ਰਹੀ ਆ ਵੀ ਤੁਹਾਨੂੰ 1.5 ਸਾਲ ਲਈ ਜਾਂ 2 ਸਾਲ ਲਈ ਤੁਹਾਡੀ ਇਹ ਗੰਢ ਢਿੱਲੀ ਕਰਕੇ ਰੱਖਾਂਗੇ, ਤੁਸੀਂ ਇਸ ਤੇ ਮੰਨੋ। ਪਰ ਆਪਣੇ ਲੋਕ, ਆਪਣੇ ਵੀਰ, ਆਪਣੀਆਂ ਜਥੇਬੰਦੀਆਂ, ਆਪਣੇ ਸਾਰੇ ਨਿਵਾਸੀ ਉਹ ਚਾਹੁੰਦੇ ਆ ਵੀ ਆਪਾਂ ਇਸ ਗੰਢ ਦੇ ਵਿੱਚੋਂ ਨਿਕਲੀਏ, ਇਸ ਫਾਂਸੀ ਦੇ ਫੰਦੇ ਨੂੰ ਗਲ ਵਿੱਚੋਂ ਕੱਢ ਕੇ ਪਰੇ ਮਾਰੀਏ। ਜਿਸ ਅਧੀਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਪ੍ਰੋਗਰਾਮ ਦਿੱਤੇ। ਪ੍ਰੋਗਰਾਮਾਂ ਅਧੀਨ ਸੈਂਟਰ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ, ਪਰ ਨਤੀਜਾ ਕੋਈ ਨਹੀਂ ਨਿਕਲਿਆ। ਨਤੀਜਾ ਇਹ ਆ, ਅਸੀਂ ਚਾਹੁੰਦੇ ਆ ਵੀ ਸਾਡੇ ਇਹ ਕਾਨੂੰਨ ਰੱਦ ਹੋਣ, ਪਰ ਸੈਂਟਰ ਕਹਿੰਦੀ ਆ ਵੀ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਨੇ, ਅਸੀਂ ਇਹਨਾਂ ਵਿੱਚ ਸੋਧ ਕਰ ਦਿੰਦੇ ਆ। ਕਹਿਣ ਤੋਂ ਭਾਵ ਜਿਹੜਾ ਫਾਂਸੀ ਦਾ ਬੰਦਾ ਤੁਹਾਡੇ ਗਲ 'ਚ ਘੁੱਟਿਆ ਹੋਇਆ, ਇਹ ਐਵੇਂ ਹੀ ਰੱਖਣਾ, ਇਹ ਖੁੱਲ੍ਹਣਾ ਨਹੀਂ। ਮਾੜੀ ਮੋਟੀ ਗੰਢ ਢਿੱਲੀ ਕਰ ਦਿਆਂਗੇ, ਪਰ ਇਹਨੂੰ ਬਾਹਰ ਨਹੀਂ ਕੱਢਾਂਗੇ। ਪਰ ਆਪਾਂ ਚਾਹੁੰਦੇ ਆ, ਆਪਾਂ ਜੁਝਾਰੂ ਯੋਧੇ, ਆਪਣੇ ਸੰਘਰਸ਼ੀ ਯੋਧੇ, ਆਪਣੇ ਨੌਜਵਾਨ ਵੀਰ ਜਿਹੜੇ ਇਹ ਚਾਹੁੰਦੇ ਆ ਵੀ ਆਪਾਂ ਇਹ ਰੱਸਾ ਗਲ ਦੇ ਵਿੱਚੋਂ ਕੱਢਣਾ ਹੀ ਕੱਢਣਾ, ਉਹ ਆਪਣੇ ਦਿੱਲੀ ਦੇ ਵਿੱਚ ਡਟੇ ਹੋਏ ਨੇ। ਜਿਸ ਅਧੀਨ ਆਪਾਂ ਇੱਕ ਰੋਸ ਮਾਰਚ 26 ਤਰੀਕ ਨੂੰ ਦਿੱਲੀ ਵਿੱਚ ਕੱਢਿਆ। ਉਸ ਰੋਸ ਮਾਰਚ ਅਧੀਨ ਆਪਣਾ 95% ਉਹ ਸਕਸੈਸ ਹੋਇਆ, ਸਿਰਫ 5% ਹੀ ਉਹਦੇ ਵਿੱਚ ਥੋੜਾ ਜਿਹਾ ਸਨੈਕ ਮਤਲਬ ਰੁਕਾਵਟ ਆਈ ਆ ਜਾਂ ਫੇਲੀਅਰ ਹੋਇਆ। ਉਹ ਫੇਲੀਅਰ ਕੀ ਹੋਇਆ? ਉਹ ਫੇਲੀਅਰ ਵੀ ਨਹੀਂ, ਕਿਉਂਕਿ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਹੁੰਦਾ ਹੈ। ਇੰਨੀ ਜਨਤਾ, ਇੰਨੀ ਇਕੱਠ, ਉਸ ਨੂੰ ਦਿੱਲੀ ਦੇ ਵਿੱਚ ਸਾਂਭਣਾ ਕੋਈ ਆਮ ਗੱਲ ਨਹੀਂ। ਕੁਝ ਨੌਜਵਾਨ ਕੁਝ ਵੇਗ ਦੇ ਵਿੱਚ, ਕੁਝ ਗੁੱਸੇ ਦੇ ਵਿੱਚ, ਕੁਝ ਜੋਸ਼ ਦੇ ਵਿੱਚ ਲਾਲ ਕਿਲੇ ਵੱਲ ਵਧੇ। ਲਾਲ ਕਿਲੇ ਜਾ ਕੇ ਉੱਥੇ ਆਪਣਾ ਖਾਲਸਾਈ ਝੰਡਾ ਲਹਿਰਾਇਆ, ਜਿਸ ਨੂੰ ਕਿ ਗੋਦੀ ਮੀਡੀਆ ਨੇ, ਜਿਸ ਨੂੰ ਨੈਸ਼ਨਲ ਮੀਡੀਆ ਨੇ ਇਹ ਪ੍ਰਚਾਰਿਆ ਵੀ ਇਹ ਲੋਕ ਖਾਲਿਸਤਾਨੀ ਹਨ, ਇਹ ਮਾਓਵਾਦੀ ਹਨ, ਇਹ ਚੀਨੀ ਹਨ, ਇਹ ਆਪਣੇ ਫੁੱਟ ਪਾਉਣ ਵਾਲੇ ਹਨ, ਇਹ ਤੁਹਾਡੇ ਦੇਸ਼ ਤੋਂ ਅਲੱਗ ਹਨ, ਇਹ ਅਲੱਗ ਖਾਲਿਸਤਾਨ ਬਣਾਉਣਗੇ। ਪਰ ਉਹਨਾਂ ਦੀ ਇਹ ਕੋਸ਼ਿਸ਼ ਵੀ ਨਾਕਾਮਯਾਬ ਹੋਈ। ਉਸ ਅਧੀਨ ਆਪਣੇ ਤੇ ਤਸ਼ੱਦਦ ਹੋਇਆ, ਬਹੁਤ ਡਾਂਗ ਪਰੇਡ ਹੋਈ, ਬਹੁਤ ਕੁੱਟਮਾਰ ਹੋਈ, ਬਹੁਤ ਸੱਟਾਂ ਵੱਜੀਆਂ, ਔਰ ਇਹੋ ਜਿਹਾ ਮੀਡੀਆ ਨੇ ਦਿਖਾਇਆ ਗਿਆ, ਪੰਜਾਬ ਦੇ ਵਿੱਚ ਡਰ ਪੈਦਾ ਕਰ ਦਿੱਤਾ ਗਿਆ। ਲੋਕ 26 ਜਨਵਰੀ ਤੋਂ ਜਿੰਨਾ ਇਕੱਠ ਹੋਇਆ ਸੀ ਉਹ ਮੁੜਨੇ ਸ਼ੁਰੂ ਹੋ ਗਏ। ਇੱਕ ਤਰ੍ਹਾਂ ਦਾ ਇਕੱਠ ਉੱਥੋਂ ਘਟਣਾ ਸ਼ੁਰੂ ਹੋਇਆ, ਲੋਕ ਵਾਪਸ ਆ ਗਏ। ਪਰ ਵਾਪਸ ਤਾਂ ਲੋਕ ਉਹੀ ਆਏ ਸੀ ਜਿਹੜੇ 26 ਜਨਵਰੀ ਦੇ ਵਿੱਚ ਪਰੇਡ ਲਈ ਸ਼ਾਮਲ ਹੋਣ ਹੋਏ ਸੀ। ਪਰ ਮੀਡੀਆ ਨੇ ਇੰਨਾ ਪ੍ਰਚਾਰ ਕੀਤਾ, ਆਪਣੇ ਲੋਕਾਂ ਦੇ ਦਿਲਾਂ ਵਿੱਚ ਇਹ ਚੀਜ਼ ਬਿਠਾ ਦਿੱਤੀ, ਉੱਥੇ ਭਾਈ ਇਕੱਠ ਖਤਮ ਹੋ ਗਿਆ। ਉਸ ਅਧੀਨ ਗਾਜ਼ੀਪੁਰ ਬਾਰਡਰ ਤੇ ਉਸ ਦਿਨ 26 ਤਰੀਕ ਤੋਂ ਬਾਅਦ 27 ਨੂੰ ਉੱਥੇ ਸਿਰਫ 1600-1700 2000 ਬੰਦਿਆਂ ਦਾ ਇਕੱਠ ਹੋਇਆ ਗਿਆ, ਜਿੱਥੇ ਰਕੇਸ਼ ਟਕੈਤ ਜਿਹੜਾ ਯੂਪੀ ਦੀ ਨੁਮਾਇੰਦਗੀ ਕਰ ਰਿਹਾ ਉਹ ਬੰਦਾ ਬੈਠਾ। ਉਸ ਦਿਨ ਸਾਰਿਆਂ ਹੀ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਕੁਛ ਨਾ ਕੁਛ ਯਾਨੀ ਕੁੰਡਲੀ ਬਾਰਡਰ ਤੇ ਬਹੁਤ ਹੀ ਇਕੱਠ ਅੱਗੇ ਨੂੰ ਕੁਛ ਘਟ ਗਿਆ। ਸਰਕਾਰਾਂ ਨੇ ਚਾਹਿਆ ਕਿਉਂ ਨਾ ਆਪਾਂ ਇਹਨਾਂ ਵਿੱਚ ਫੁੱਟ ਪਾਈਏ, ਇਹਨਾਂ ਨੂੰ ਚੱਕੀਏ, ਇਹਨਾਂ ਨੂੰ ਸਰਕਾਰੀ ਤੰਤਰ ਮੰਤਰ ਨਾਲ ਡਰਾਈਏ, ਡਰਾ ਕੇ ਆਪਾਂ ਇਸ ਇਕੱਠ ਨੂੰ ਘੱਟ ਕਰੀਏ। ਉਸ ਦਿਨ 27 ਤਰੀਕ ਨੂੰ ਯੂਪੀ ਬਾਰਡਰ
ਜਦੋਂ ਗਾਜੀ ਬਾਰਡਰ ਜਿਹੜੇ ਯੂਪੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪੂਰਾ ਸਰਕਾਰੀ ਤੰਤਰ ਲਾਇਆ ਗਿਆ। ਪਰ ਉਹ ਸ਼ੇਰ ਰਕੇਸ਼ ਟਕੈਤ ਜਿਹੜਾ ਕਿ ਆਪਣੇ ਮੋਰਚੇ ਵਿੱਚ ਡਟਿਆ ਰਿਹਾ, ਜਿਹਨੇ ਇੱਕ ਗੱਲ ਐਲਾਨ ਕਰ ਦਿੱਤੀ ਕਿ ਮੈਂ ਇਸ ਮੋਰਚੇ ਤੋਂ ਉਦੋਂ ਹੀ ਉੱਠਾਂਗਾ ਜਦੋਂ ਮੇਰੀ ਜਾਨ ਜਾਊਗੀ ਜਾਂ ਮੈਂ ਆਤਮ ਹੱਤਿਆ ਕਰ ਲੂੰਗਾ। ਉਹਨੇ ਇਹ ਗੱਲ ਭਾਵਨਾ ਵਿੱਚ ਬਹਿ ਕੇ ਕਹੀ, ਉਹਨੇ ਰੋਂਦੇ ਹੋਏ ਨੇ ਕਹੀ ਕਿ ਤੁਸੀਂ ਜਾਂ ਤਾਂ ਇਹ ਮੋਰਚਾ ਉਦੋਂ ਟੁੱਟੂਗਾ ਜਦੋਂ ਮੈਂ ਜਾਂ ਤਾਂ ਆਤਮ ਹੱਤਿਆ ਕਰ ਲੂੰਗਾ, ਵੈਸੇ ਮੈਂ ਇੱਥੋਂ ਉੱਠ ਕੇ ਨਹੀਂ ਜਾਊਂਗਾ। ਉਸ ਦੇ ਇਸ ਐਲਾਨ ਨੂੰ ਆਪਣੇ ਲੋਕਲ ਮੀਡੀਆ ਨੇ, ਆਪਣੇ ਸੋਸ਼ਲ ਮੀਡੀਆ ਨੇ ਉਸੇ ਹੀ ਟਾਈਮ ਵਿੱਚ ਪ੍ਰਚਾਰਿਆ ਔਰ ਯੂਪੀ ਦੇ ਲੋਕ ਵਹੀਰਾ ਘੱਟ ਕੇ ਰਾਤੋਂ ਰਾਤ ਉੱਥੇ ਪਹੁੰਚ ਗਏ। ਜਿਹੜਾ ਕਿ ਇੱਕ ਵਾਰ ਇਹ ਲੱਗ ਰਿਹਾ ਸੀ ਵੀ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਇਹ ਹੁਣ ਸਰਕਾਰਾਂ ਇਹਨੂੰ ਖਤਮ ਕਰ ਦੇਣਗੀਆਂ, ਪਰ ਇਸ ਰਕੇਸ਼ ਟਕੈਤ ਨੇ ਜਿਹੜਾ ਕਿ ਹੁਣ ਹੀਰੋ ਆ, ਜਿਹੜਾ ਕਿ ਪੂਰਾ ਲੀਡ ਕਰ ਲਿਆ, ਉਹਨੇ ਇੱਕ ਵਾਰ ਫੇਰ ਸਮੁੱਚੇ ਜਗਤ ਨੂੰ, ਸਮੁੱਚੇ ਦੇਸ਼ ਨੂੰ ਜਗਾ ਦਿੱਤਾ। ਪਹਿਲਾਂ ਜਿਹੜੇ ਲੋਕ, ਜਿਹੜਾ ਮੀਡੀਆ ਸਿਰਫ ਇਹ ਕਹਿ ਕੇ ਪ੍ਰਚਾਰ ਕਰ ਰਿਹਾ ਸੀ ਵੀ ਇਹ ਅੰਦੋਲਨ ਸਿੱਖਾਂ ਦਾ ਆ, ਇਹ ਖਾਲਿਸਤਾਨੀਆਂ ਦਾ ਆ, ਇਹ ਕਿਸਾਨਾਂ ਦਾ ਨਹੀਂ। ਉਹ ਪਗੜੀ ਵਾਲੇ ਤੋਂ, ਪੱਗ ਵਾਲੇ ਬੰਦਿਆਂ ਤੋਂ ਉਹਨਾਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਦਾ ਕੰਮ ਇੰਨਾ ਸੀ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਪ੍ਰਚਾਰ ਕਰਕੇ ਜਿਹੜੇ ਇਹ ਲੀਡ ਕਰ ਰਹੇ ਆ, ਜਿਨ੍ਹਾਂ ਨੇ ਏਡੇ ਵੱਡੇ ਇਹ ਅੰਦੋਲਨ ਨੂੰ ਇਕੱਠਾ ਕਰ ਦਿੱਤਾ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਪਰ ਉਹ ਰਕੇਸ਼ ਟਕੈਤ ਨੇ ਭਾਵਨਾਵਾਂ ਦੇ ਵਿੱਚ ਐਸੀ ਅਪੀਲ ਕੀਤੀ ਤਾਂ ਉੱਥੇ ਇੱਕ ਵਾਰੀ ਅੰਦੋਲਨ ਲੱਖਾਂ ਦੇ ਰੂਪ ਵਿੱਚ, ਜਿਹੜੇ ਆਪਣੇ ਯੂਪੀ ਦੇ ਲੋਕ ਨਹੀਂ ਹਿੱਲੇ ਸੀ ਜਾਂ ਦੂਜੀਆਂ ਸਟੇਟਾਂ ਦੇ ਲੋਕ ਨਹੀਂ ਹਿੱਲੇ ਸੀ, ਹੁਣ ਤੁਸੀਂ ਦੇਖੋ ਉਹ ਲੱਖਾਂ ਦੀ ਤਾਦਾਦ ਵਿੱਚ ਉੱਥੇ ਜੁੜ ਚੁੱਕੇ ਹਨ। ਹੁਣ ਉਸ ਤੋਂ ਬਾਅਦ ਆਪਣੇ ਲੋਕਾਂ ਨੂੰ ਫੇਰ, ਆਪਣੇ ਜੁਝਾਰੂ ਜਥੇਬੰਦੀਆਂ ਨੂੰ ਫੇਰ ਇੱਕ ਵਾਰੀ ਫੇਰ ਬਲ ਮਿਲਿਆ। ਉਹਨਾਂ ਨੇ ਫੇਰ ਅਪੀਲ ਕੀਤੀ ਔਰ ਆਪਣੇ ਨੌਜਵਾਨ ਫੇਰ ਉੱਥੇ ਆਪਣੇ ਜਿਹੜੇ ਪੰਜਾਬ ਦੇ ਆ ਇੱਕ ਵਾਰੀ ਫੇਰ ਡਟਣਾ ਸ਼ੁਰੂ ਹੋ ਗਏ। ਇਸ ਵਾਰ ਸਾਰੇ ਬਾਰਡਰਾਂ ਤੇ ਇੱਕ ਤਰ੍ਹਾਂ ਦਾ ਬਹੁਤ ਹੀ ਵੱਡਾ ਇਕੱਠ ਹੋਇਆ ਹੈ ਔਰ ਸਰਕਾਰ ਹੁਣ ਬੈਕਫੁੱਟ ਤੇ ਆ ਚੁੱਕੀ ਹੈ। ਆਪਣਾ ਅੱਜ ਦਾ ਇਕੱਠ ਸਿਰਫ ਇਸ ਲਈ ਹੈ ਭਰਾਵੋ ਬਈ ਆਪਾਂ ਵੀ ਆਪਣੇ ਪਿੰਡ ਤਰਫੋਂ ਪੂਰਾ ਯੋਗਦਾਨ ਪਾਈਏ। ਪੰਜਾਬ ਦੇ ਕੱਲੇ ਪਿੰਡ ਨੇ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਅੱਜ ਦਾ ਆਪਾਂ ਇਕੱਠ ਰੱਖਿਆ ਵੀ ਆਪਾਂ ਵੀ ਆਪਣੇ ਪਿੰਡ ਪੱਧਰ ਤੇ ਪਾਰਟੀਬਾਜ਼ੀਆਂ ਨੂੰ ਭੁੱਲ ਕੇ, ਆਪਾਂ ਕਿਸੇ ਵੀ ਪਾਰਟੀਬਾਜ਼ੀ ਨਾਲ ਸੰਬੰਧ ਰੱਖਦੇ ਹਾਂ, ਕੋਈ ਗੱਲ ਨਹੀਂ ਆਪਦੇ ਕੋਲ ਰੱਖੋ, ਪਰ ਆਪਾਂ ਇਸ ਵਕਤ ਕਿਸਾਨੀ ਆਪਣੀ ਜ਼ਮੀਨ ਨੂੰ, ਆਪਣੀ ਜ਼ਮੀਨਾਂ ਨੂੰ, ਆਪਣੇ ਨੌਜਵਾਨਾਂ ਨੂੰ ਬਚਾਉਣ ਦੀ ਖਾਤਰ ਇਕੱਠੇ ਹੋਏ ਆ। ਇਹ ਨਾ ਸੋਚੋ ਵੀ ਇਹ ਜਿਹੜਾ ਅੰਦੋਲਨ ਕਿਸਾਨਾਂ ਦਾ ਹੈ, ਇਹ ਅੰਦੋਲਨ ਸਾਰਿਆਂ ਦਾ ਹੈ। ਚਾਹੇ ਉਹ ਕੰਮ ਕਰ ਰਿਹਾ, ਚਾਹੇ ਉਹ ਕਿਸਾਨੀ ਕਰ ਰਿਹਾ, ਚਾਹੇ ਉਹ ਕੋਈ ਗੌਰਮੈਂਟ ਉਹਦੇ ਤੇ ਨਿਯੁਕਤ ਆ, ਇਹ ਸਾਰਿਆਂ ਦਾ ਅੰਦੋਲਨ ਆ। ਇਹ ਸਾਰਿਆਂ ਨੂੰ ਸੇਕ, ਜੇ ਅੱਜ ਇਹ ਕਾਨੂੰਨ ਪਾਸ ਹੋ ਗਏ ਤਾਂ ਇਹ ਸੇਕ ਕਿਸਾਨ ਤਾਂ ਫੇਰ ਚੱਲ ਜਾਣਗੇ, 10 ਸਾਲ 20 ਸਾਲ ਚੱਲ ਜਾਣਗੇ, ਪਰ ਦੂਜੇ ਬੰਦਿਆਂ ਤੋਂ ਇਹ ਸੇਕ ਝੱਲਿਆ ਨਹੀਂ ਜਾਣਾ, ਕਿਉਂਕਿ ਮਹਿੰਗਾਈ ਇੰਨੀ ਹੋ ਜਾਣੀ ਆ ਕਿ ਤੁਹਾਡੇ ਬਰਦਾਸ਼ਤ ਤੋਂ ਬਾਹਰ ਹੋ ਜਾਣੀ ਆ। ਇਹ ਕਰਦੇ ਆ ਕੰਪੇਅਰ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਬਾਹਰਲੇ ਮੁਲਕਾਂ ਨਾਲ, ਪਰ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਆਪਣੀ ਇੱਥੇ ਜਨਸੰਖਿਆ ਇੰਨੀ ਜ਼ਿਆਦਾ ਆ। ਜੇ ਇਹ ਕਾਨੂੰਨ ਲਾਗੂ ਹੁੰਦੇ ਆ, ਕਾਰਪੋਰੇਟ ਘਰਾਣੇ ਇੱਥੇ ਆਉਂਦੇ ਆ, ਤੁਹਾਨੂੰ ਹਰੇਕ ਨੂੰ ਡੱਬਾ ਚੁਕਾਉਣਗੇ, ਵੱਡੇ ਪਿੰਡ ਖਤਮ ਕਰ ਦਿੱਤੇ ਜਾਣਗੇ। ਹੁਣ ਤੁਸੀਂ ਕੋਈ ਮੱਝਾਂ ਗਾਈਆਂ ਕੋਈ ਬਿਜ਼ਨਸ ਨਹੀਂ ਕਰ ਸਕਦੇ, ਹਰੇਕ ਬੰਦਾ ਡੱਬਾ ਚੱਕੂਗਾ ਤੇ ਕੰਮ ਤੇ ਜਾਊਗਾ, ਪਰ ਕੰਮ ਦੇ ਵਿੱਚ ਵੀ ਸ਼ੋਸ਼ਣ ਹੋਊਗਾ। ਸਭ ਤੋਂ ਵੱਡਾ ਪੰਗਾ ਹੈ ਜਨਸੰਖਿਆ। ਆਪਣੇ ਹਿੰਦੁਸਤਾਨ ਦੀ ਇੰਨੀ ਜਨਸੰਖਿਆ ਹੈ, ਕਿਹਨੂੰ ਰੁਜ਼ਗਾਰ ਦੇਣਗੇ? ਉੱਥੇ ਮੰਨ ਲਓ ਇਹ 500 ਰੁਪਏ ਦਿਹਾੜੀ ਦਿੰਦੇ ਆ, ਪਰ 500 ਰੁਪਏ ਦਿਹਾੜੀ ਦੇਣ ਵਾਲੇ ਬੰਦੇ 20 ਖੜੇ ਆ ਤਾਂ ਉੱਥੇ ਫਿਰ ਉਹੀ ਬੋਲੀ ਲੱਗੂ, ਭਰਾਵੋ ਕੋਈ ਕਹੇ ਮੈਂ 100 'ਚ ਜਾਊਂਗਾ, ਕੋਈ ਮੈਂ 150 ਜਾਊਂਗਾ। ਇਹ ਤੁਹਾਡੇ ਸਾਹਮਣੇ ਬਿਹਾਰ ਦੇ ਬੰਦੇ ਸੋਸ਼ਲ ਮੀਡੀਆ ਤੇ ਤੁਸੀਂ ਪੋਸਟਾਂ ਦੇਖੋ, ਦੇਖਿਆ ਕਰੋ, ਸੋਚੋ, ਦਿਮਾਗ ਲਾਓ। ਉਹ ਦੱਸ ਰਹੇ ਨੇ ਇਹ 2006 ਦਾ ਬਿਹਾਰ ਦੇ ਵਿੱਚ ਸ਼ੁਰੂ ਹੋਇਆ, ਉਹ ਬੰਦਿਆਂ ਨੂੰ 130 ਰੁਪਏ ਦਿਹਾੜੀ ਨਹੀਂ ਮਿਲਦੀ, 130 ਰੁਪਏ ਦਿਹਾੜੀ ਮਿਲਦੀ। ਜਿਹੜਾ ਅੱਜ ਤੁਸੀਂ ਭਰਾਵੋ, ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦਾ, ਜਿਵੇਂ ਕਿ ਹੁਣ ਆਪਣੇ ਕੋਲ ਪਿਛਲੇ ਸਾਲਾਂ ਤੋਂ ਆਪਣੇ ਤੇ ਆਲੂ ਦੀ ਕੰਟਰੈਕਟ ਫਾਰਮਿੰਗ ਹੋ ਰਹੀ ਆ ਨਾ। ਹੁਣ ਆਲੂ ਦਾ ਹੁਣ ਸੀਜ਼ਨ ਆ। ਆਲੂ ਪਿੱਛੇ ਦੇਖੋ, ਆਪਾਂ ਪਿਛਲੇ 1 ਮਹੀਨੇ ਪਹਿਲਾਂ 50 ਰੁਪਏ ਕਿਲੋ ਸਾਰਿਆਂ ਨੇ ਖਰੀਦਾ, ਅੱਜ ਹੁਣ ਸਰਕਾਰਾਂ 5-6 ਰੁਪਏ ਕਿਲੋ ਵੀ ਨਹੀਂ ਕਿਸਾਨ ਦਾ ਆਲੂ ਚੱਕ ਰਹੀਆਂ। ਇਹ ਛੋਟੇ ਵਪਾਰੀ ਹਜੇ ਆਪਣੇ ਨਾਲ ਜੁੜੇ ਹੋਏ ਨੇ, ਇਹ ਕਰਦੇ ਆ, ਸਟੋਰ ਕਰਦੇ ਆ। ਜਦੋਂ ਆਲੂ ਦਾ ਸੀਜ਼ਨ ਖਤਮ ਹੋਇਆ ਉਦੋਂ ਹੀ ਆਲੂ 20 ਰੁਪਏ 25 ਰੁਪਏ ਸ਼ੁਰੂ ਹੋ ਜਾਂਦਾ ਤੇ ਅੰਤ 50 ਰੁਪਏ ਤੱਕ ਚਲੇ ਜਾਂਦਾ। ਇਹ ਤਾਂ ਛੋਟੇ ਵਪਾਰੀਆਂ ਕੋਲ ਆ, ਪਰ ਜਦੋਂ ਕਾਰਪੋਰੇਟ ਘਰਾਣਾ ਸਿਰਫ ਇੱਕੋ ਹੀ ਬੰਦਾ
ਹਜ਼ਾਰਾਂ ਕਿੱਲਿਆਂ ਦੇ ਵਿੱਚ ਕੰਟਰੈਕਟ ਫਾਰਮਿੰਗ ਹੋਊਗੀ ਤਾਂ ਉਹ ਫਸਲ ਵੀਰੋ ਮੰਡੀਆਂ ਦੇ ਵਿੱਚ ਨਹੀਂ ਜਾਣੀ, ਉਹ ਸਿੱਧਾ ਉੱਤੋਂ ਹੀ ਪੈਕ ਹੋ ਕੇ ਸਿੱਧਾ ਹੀ ਉਹਨਾਂ ਦੇ ਵੱਡੇ ਵੱਡੇ ਮੌਲਾਂ ਦੇ ਵਿੱਚ ਵੱਡੇ ਵੱਡੇ ਸਟੋਰਾਂ ਦੇ ਵਿੱਚ ਜਾਣੀ ਆ। ਜਿਵੇਂ ਕਿ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ, ਇੱਕ ਗੋਭੀ ਦੇ ਫੁੱਲ ਦਾ ਰੇਟ 300 ਰੁਪਏ ਲਿਖਿਆ ਹੋਇਆ। ਅਮਰੀਕਾ, ਕੈਨੇਡਾ, ਸਾਰੇ ਸ਼ਹਿਰ, ਸਾਰੇ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਜਿਹੜਾ ਜਾਣਦੇ ਹਨ, ਉੱਥੇ ਵੀਰੋ ਇਹ ਚੀਜ਼ ਇੱਕ ਇੱਕ ਚੀਜ਼, ਚਾਹੇ ਉਹ ਖੀਰਾ, ਚਾਹੇ ਟਮਾਟਰ, ਚਾਹੇ ਮੂਲੀ, ਚਾਹੇ ਗੋਭੀ, ਇੱਕ ਚੀਜ਼ ਦੀ ਕੀਮਤ $1 ਆ। ਸ਼ਿਮਲਾ ਮਿਰਚ ਦੀ $4 ਆ। ਕੋਈ ਵੀ ਜਾਣੀ ਕਿਲੋਆਂ ਦੀ ਚੀਜ਼ ਨਹੀਂ ਮਿਲਦੀ, ਇੱਕ ਇੱਕ ਨੰਬਰ ਦੇ ਵਿੱਚ ਮਿਲਦੀ ਹੈ। ਇੱਕ ਇੱਕ ਨੰਬਰ ਦਾ ਜਦੋਂ $1 ਰੇਟ ਹੋ ਗਿਆ ਤਾਂ ਉੱਥੇ ਮਹਿੰਗਾਈ ਦੇਖ ਲਓ। ਉਹ ਇੱਥੇ ਵੀ ਜੇ ਹੁਣ ਇੱਕ ਇੱਕ ਚੀਜ਼, ਇੱਕ ਮੂਲੀ ਦਾ 1 ਨੰਬਰ ਦੇ ਵਿੱਚ ਰੇਟ ਆਇਆ, ਇੱਥੇ ਕਿੰਨੀ ਮਹਿੰਗਾਈ ਹੋਊਗੀ ਤੁਸੀਂ ਆਪ ਦੇਖੋ ਸਮਝੋ। ਕਹਿਣ ਤੋਂ ਭਾਵ ਜੇ ਆਪਾਂ ਇਕਵੱਠ ਹੋਵਾਂਗੇ, ਆਪਾਂ ਆਪਣੇ ਕਿਸਾਨ ਭਾਈਆਂ ਦਾ ਸਾਥ ਦੇਵਾਂਗੇ, ਉਹਨਾਂ ਦੇ ਮਗਰ ਚੱਲਾਂਗੇ, ਉਹਨਾਂ ਦੇ ਕਈਆਂ ਨੀਤੀਆਂ ਅਨੁਸਾਰ ਚੱਲਾਂਗੇ, ਆਪਣੇ ਪਿੰਡ ਦੇ ਤੌਰ ਤੇ ਸਾਰੇ ਸਹਿਯੋਗ ਦੇਵਾਂਗੇ, ਤਾਂ ਆਪਾਂ ਇਸ ਅੰਦੋਲਨ ਨੂੰ ਜਿੱਤ ਪਾਵਾਂਗੇ। ਸਾਡੀਆਂ ਕਿਸਾਨ ਜਥੇਬੰਦੀਆਂ ਦਾ, ਸਮੂਹ ਕਿਸਾਨ ਜਥੇਬੰਦੀਆਂ ਦਾ ਇੱਕੋ ਹੀ ਨਿਸ਼ਾਨਾ ਹੈ, ਇਸ ਅੰਦੋਲਨ ਨੂੰ ਜਿੱਤਾਂ। ਇਸ ਅੰਦੋਲਨ ਨੂੰ ਤਾਂ ਜਿੱਤਿਆ ਜਾਊਗਾ ਜਦ ਸਾਰੇ ਭਰਾ ਆਪਣੇ, ਸਾਰੇ ਪੰਜਾਬ ਦੇ ਭਰਾ, ਸਾਰੇ ਦੇਸ਼ ਦੇ ਭਰਾ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ ਵਿੱਚੋਂ ਲਾਮਬੰਦ ਹੋ ਕੇ ਉਸ ਮੋਰਚੇ ਦੇ ਵਿੱਚ ਇੱਕ ਪਰਮਾਨੈਂਟ ਇਕੱਠ ਦਿਖਾਵਾਂਗੇ। ਐ ਨਹੀਂ ਵੀ 5-7 ਜਿਵੇਂ ਆਪਾਂ ਇੱਕ ਪਿੰਡ ਦੇ ਪ੍ਰੋਗਰਾਮ ਬਣਾ ਲਈਏ ਵੀ ਆਪਣੇ ਉੱਥੇ 15 ਜਾਂ 20 ਬੰਦੇ ਹਰ ਵਕਤ ਰਹਿਣਗੇ, ਉਹ 7 ਦਿਨ ਉੱਥੇ ਰਹਿਣਗੇ ਔਰ ਆਪਾਂ ਇੱਕ ਪ੍ਰੋਗਰਾਮ ਬਣਾਉਣਾ, ਘਰ ਦੇ ਵਿੱਚੋਂ ਹਰੇਕ ਚੋਂ ਇੱਕ ਇੱਕ ਬੰਦਾ ਆਪਾਂ ਕਰ ਲੈਣਾ, ਡਿਪੂਟ ਕਰਨਾ, ਸਾਰਿਆਂ ਨੇ ਸਾਥ ਦੇਣਾ ਵੀ ਉਹਨੇ ਦੇ ਉਹਨੇ ਬੰਦੇ, ਜੇ ਆਪਾਂ 10 ਬੰਦਿਆਂ ਦਾ 10 ਬੰਦੇ ਹੋਣਗੇ, 15 ਦੇ 15 ਹੋਣਗੇ, ਤੇ ਉਹਦੇ ਵਿੱਚ ਜਿਹੜੇ ਆਪਣੇ ਕਿਸਾਨ ਮੈਂਬਰਾਂ ਦੀ ਟੀਮ ਆ ਉਹਨਾਂ ਦੇ ਮੈਂਬਰ ਨਾਲ ਇੱਕ 2 ਉਹ ਜ਼ਰੂਰ ਹੋਣਗੇ, ਤਾਂ ਜੋ ਆਪਾਂ ਉੱਥੇ ਇੱਕ ਪਰਮਾਨੈਂਟ ਇਕੱਠ ਰੱਖੀਏ। ਮੋਦੀ ਸਰਕਾਰ ਇਹ ਨਾ ਸੋਚੇ ਵੀ ਇੱਥੇ ਦਾ ਹੁਣ ਇਕੱਠ ਘਟ ਗਿਆ ਤਾਂ ਅੰਦੋਲਨ ਖਿੰਡ ਗਿਆ। ਜਦੋਂ ਇਕੱਠ ਆਪਾਂ ਵਧਾਉਂਦੇ ਜਾਵਾਂਗੇ, ਇਕੱਠ ਵੱਧਦਾ ਜਾਊਗਾ ਤਾਂ ਸਰਕਾਰਾਂ ਨੂੰ ਦਿਖਦਾ ਜਾਊਗਾ ਵੀ ਲੋਕਾਂ ਦੇ ਵਿੱਚ ਰੋਸ ਬਹੁਤ ਵੱਧ ਰਿਹਾ ਔਰ ਸਰਕਾਰ ਆਪਣੇ ਆਪ ਹੀ ਬੈਕਫੁੱਟ ਤੇ ਹੋ ਕੇ ਸੋਚੂਗੀ। ਹੁਣ ਤੁਸੀਂ ਕੱਲ ਦੀ ਮੀਡੀਆ ਵਿੱਚ ਸੋਚ ਰਹੇ ਹੋ ਸਰਕਾਰ ਬੈਕਫੁੱਟ ਤੇ ਆ ਰਹੀ ਆ, ਕੱਲ ਨੂੰ ਪ੍ਰਚਾਰ ਹੈ ਇੱਕ ਸਰਜੀਤ ਜਿਆਣੀ, ਇੱਕ ਹਰਜੀਤ ਗਰੇਵਾਲ, 2 ਲੀਡਰ ਆ ਬੀਜੇਪੀ ਦੇ ਜਿਹੜੇ ਪੰਜਾਬ ਨਾਲ ਸੰਬੰਧਿਤ ਰੱਖਦੇ ਆ, ਕੱਲ ਦਾ ਮੀਡੀਆ ਦੇ ਵਿੱਚ ਪ੍ਰਚਾਰ ਕਰ ਰਹੇ ਆ। ਸਰਕਾਰ ਤਿਆਰ ਆ, ਸਰਕਾਰ ਸਾਰੇ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਨੂੰ ਤਿਆਰ ਆ। ਤੁਸੀਂ ਆ ਕੇ ਗੱਲ ਤਾਂ ਕਰੋ। ਦੇਖੋ ਕਿੱਡਾ ਵੱਡਾ ਪੱਥਰ ਸਿੱਟਿਆ ਵੀ ਲੋਕ ਸੋਚਣਗੇ ਵੀ ਸਾਡੇ ਕਰਜ਼ੇ ਮਾਫ ਹੋ ਜਾਣਗੇ, ਚਲੋ ਵੀ ਆਪਾਂ ਉਹ ਇੱਕ ਆਪਾਂ ਨੂੰ ਦੂਜੇ ਤੋਂ ਭਟਕਾਉਂਦੇ ਹਨ, ਪਰ ਸਾਡਾ ਸਭ ਤੋਂ ਵੱਡਾ ਮੁੱਦਾ ਇਹੀ ਆ ਵੀ ਅਸੀਂ ਇਹਨਾਂ 3 ਕਾਨੂੰਨਾਂ ਨੂੰ ਖਤਮ ਕਰਨਾ। ਇਹਨਾਂ ਦਾ ਖਤਮ ਕੀਤੇ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਜਦੋਂ ਇਹ ਖਤਮ ਹੋਣਗੇ ਤਾਂ ਨਵੇਂ ਕਾਨੂੰਨ ਆਪਣੇ ਆਪ, ਜੋ ਸਾਡੀਆਂ ਜਥੇਬੰਦੀਆਂ, ਜੋ ਸਾਨੂੰ ਸਾਰਿਆਂ ਲਈ ਸੂਟ ਕਰੂਗਾ, ਠੀਕ ਲੱਗੂਗਾ, ਉਹ ਸਾਡੇ ਜਥੇਬੰਦੀਆਂ ਆਪਣੇ ਆਪ ਉਸ ਪ੍ਰੋਗਰਾਮ ਦੀ ਸਰਕਾਰ ਨਾਲ ਗੱਲ ਕਰਨਗੀਆਂ। ਕਹਿਣ ਤੋਂ ਭਾਵ ਹੁਣ ਆਪਣਾ ਇਕੱਠ ਇਸ ਗੱਲ ਹੀ ਆ ਵੀ ਆਪਾਂ ਉੱਥੇ ਆਪਣੇ ਪਿੰਡ ਕੰਨਿਓ ਜਿੰਨੇ ਵੀ ਆਪਣੇ ਕਿਸਾਨ ਯੂਨੀਅਨ ਵੀਰ ਦੇ ਮੈਂਬਰ, ਸਾਰੇ ਕਿਸਾਨ ਯੂਨੀਅਨ ਮੈਂਬਰ ਦਾ ਮਤਲਬ ਤਾਂ ਇਹ ਹੁੰਦਾ ਉਹ ਬੰਦੇ ਜਿਹੜੇ ਪਿੰਡ ਦੀ ਲੀਡ ਕਰ ਰਹੇ ਆ। ਹਰੇਕ ਬੰਦੇ ਕੋਲ ਟਾਈਮ ਨਹੀਂ ਹੁੰਦਾ। ਆਪਾਂ ਕਹਿੰਦੇ ਹਾਂ ਫਲਾਨਾ ਮੈਂਬਰ ਆ, ਫਲਾਨਾ, ਜਿਹੜੇ ਆਪਦਾ ਟਾਈਮ ਛੱਡ ਕੇ ਉੱਥੇ ਬੈਠੇ ਆ 34-35 ਦਿਨਾਂ ਤੋਂ, ਜਿਹੜੇ ਕੋਸ਼ਿਸ਼ ਕਰ ਰਹੇ ਆ ਆਪਣੇ ਪਿੰਡ ਕੰਨਿਓ 6 ਮਹੀਨਿਆਂ ਤੋਂ 7 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਆ ਵੀ ਉੱਥੇ ਮੂਹਰੇ ਲਾ ਕੇ ਕੋਸ਼ਿਸ਼ ਕਰ ਰਿਹਾ, ਪੈਸੇ ਇਕੱਠੇ ਕਰਕੇ ਟਰਾਲੀਆਂ ਲਿਜਾਣ ਦੇ, ਕੱਟ ਲਿਜਾਉਣ ਦੇ, ਪਿਛਲੇ 6 ਮਹੀਨਿਆਂ ਤੋਂ ਜ਼ੋਰ ਲੱਗਿਆ ਹੋਇਆ। ਆਪਾਂ ਨੂੰ ਹੁਣ ਪੂਰਾ ਇਕੱਠ ਕਰਨ ਦਾ ਮਤਲਬ ਆ ਵੀ ਇਹਨਾਂ ਨਾਲ ਪੂਰੇ ਤੌਰ ਤੇ ਜੁੜ ਜਾਈਏ। ਆਪਾਂ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ, ਆਪਣੀਆਂ ਜ਼ਮੀਰਾਂ ਨੂੰ ਬਚਾਉਣਾ, ਆਪਣੀਆਂ ਨਸਲਾਂ ਨੂੰ ਬਚਾਉਣਾ, ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ। ਅੱਜ ਜੇ ਫਾਂਸੀ ਦਾ ਫੰਦਾ ਪਾ ਕੇ ਖਿੱਚਤਾ ਤਾਂ ਤੁਸੀਂ ਯਾਦ ਰੱਖੋ ਆਉਣ ਵਾਲੀਆਂ ਨਸਲਾਂ ਆਪਾਂ ਨੂੰ ਗਦਾਰ ਰੱਖਣਗੀਆਂ। ਤੁਸੀਂ ਦੇਖੋ ਪਿਛਲੇ ਦੇਖ ਲਓ 1947 ਦੇ ਵਿੱਚ ਦੇਖ ਲਓ, 78 'ਚ ਦੇਖ ਲਓ, 84 'ਚ ਦੇਖ ਲਓ, ਕੋਈ ਵੀ ਦੇਖ ਲਓ, ਜਿਹੜੇ ਲੋਕ ਗਦਾਰੀ ਕਰ ਗਏ ਨੇ ਤਾਂ ਉਹਨਾਂ ਨੂੰ ਆਪਾਂ ਉਹ ਗਦਾਰ ਹੀ ਕਹਿ ਰਹੇ ਨੇ। ਅੱਜ ਵੀ ਜਿਹੜੇ ਆਪਾਂ ਗਦਾਰ ਕਰਾਂਗੇ, ਗਦਾਰ ਕੋਲ ਇਸ ਕੰਮ ਦੇ ਵਿੱਚ ਗਦਾਰੀ ਕਰਾਂਗੇ, ਪਿੰਡ ਦਾ ਸਾਥ ਨਹੀਂ ਦੇਵਾਂਗੇ, ਜਿਵੇਂ ਪਿੰਡ ਕਹਿੰਦਾ ਉਵੇਂ ਨਹੀਂ ਚੱਲਾਂਗੇ, ਤਾਂ ਉਹ ਗਦਾਰ ਹੀ ਕਹਾਏ ਜਾਣਗੇ। ਆਪਣਾ ਇੱਥੇ ਇਕੱਠ ਦਾ ਮਤਲਬ ਇਹ ਆ ਵੀ ਆਪਾਂ ਪਿੰਡ ਦਾ ਇਕਜੁੱਟ ਦਿਖਾਉਣਾ। ਦੇਖੋ ਇਸ ਵਕਤ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਰਾਜਨੀਤਿਕ ਦਾ ਕੋਈ ਮਤਲਬ ਨਹੀਂ, ਰਾਜਨੀਤੀ ਦਾ ਕੋਈ ਮਤਲਬ ਨਹੀਂ। ਅਸੀਂ ਇਕੱਠੇ ਹੋ ਕੇ ਤਨ ਨਾਲ, ਮਨ ਨਾਲ, ਧਨ ਨਾਲ, ਜਿਵੇਂ ਵੀ ਆਪਣੇ ਪਿੰਡ ਦੇ ਮੈਂਬਰ ਕਹਿੰਦੇ ਆ ਵੀ ਆਪਾਂ ਉੱਥੇ ਇੰਨਾ ਇਕੱਠ ਰੱਖਣਾ, ਇੰਨਾ ਇਕੱਠ ਬਣਾਉਂਦੇ ਜਾਣਾ, ਇਸ ਤਰ੍ਹਾਂ ਜਾਣਾ, ਆਹ ਸਮਾਨ ਰੱਖਣਾ, ਕਿਉਂਕਿ ਸਾਰਾ ਦੇਖੋ ਖੁਰਾਕ ਪਾਣੀ, ਜਾਣ ਦਾ ਖਰਚਾ, ਰਹਿਣ ਦਾ ਖਰਚਾ,
ਉਹ ਭਾਈ ਪਿੰਡ ਲੈਵਲ ਤੇ ਆਪਾਂ ਹੀ ਕਰਨਾ। ਆਪਣੇ ਪਿੰਡ ਦੇ ਜੇ ਕੋਈ NRI ਵੀਰ ਜੇ ਜਿਵੇਂ ਆਪਣੇ ਹੈ ਸਪੋਰਟ ਚ ਲੋ ਮੰਗਾਓ, ਤਾਂ ਜੋ ਆਪਣਾ ਆਪਣੇ ਪਿੰਡ ਦਾ ਬਣਦਾ ਯੋਗਦਾਨ ਪੂਰਨ ਰੂਪ ਦੇ ਵਿੱਚ ਦਈਏ। ਕੋਈ ਪਿੰਡ ਇਸ ਤਰ੍ਹਾਂ ਨਾ ਕਹੇ ਵੀ ਇਹ ਪਿੰਡ ਵਿੱਚ ਪਿੰਜਲ ਦੇ ਪਿੰਡ ਦੇ ਵਿੱਚ ਤਾਂ ਆਪਸ ਦੇ ਵਿੱਚ ਫੁੱਟ ਆ, ਇਹ ਲੋਕ ਇੱਕ ਦੂਜੇ ਦੀ ਮੰਨਦੇ ਨਹੀਂ, ਇਹ ਜਿਹੜੀ ਗੱਲਬਾਤ ਆ ਇਹ ਨਹੀਂ ਹੋਣੀ ਚਾਹੀਦੀ। ਕਹਿਣ ਤੋਂ ਭਾਵ ਹੁਣ ਆਪਣਾ ਇਕੱਠ ਇਹ ਆ ਵੀ ਹੁਣ ਆਪਾਂ ਉੱਥੇ ਇਕੱਠ ਨੂੰ ਇੱਕਸਾਰ ਰੱਖਣ ਲਈ ਜਾਂ ਜਦੋਂ ਵੀ ਕੋਈ ਕਾਲ ਆਉਂਦੀ ਹੈ ਉੱਥੇ ਇਕੱਠੇ ਹੋ ਕੇ ਜਾਣ ਦੀ ਇੱਕ ਪੂਰੀ ਟੀਮ ਬਣਾਉਣੀ ਆ ਔਰ ਪੂਰਾ ਲਿਖਿਆ ਜਾਊਗਾ। ਕੋਸ਼ਿਸ਼ ਆ ਵੀ ਸਾਡੇ ਘਰ ਪਿੰਡ ਦੇ ਵਿੱਚੋਂ ਘਰ ਦਾ ਇੱਕ ਮੈਂਬਰ ਉਹਦੇ ਵਿੱਚ ਸਹਿਯੋਗ ਦੇਵੇ। ਔਰ ਜੇ ਕੋਈ ਨਹੀਂ, ਜੇ ਕਿਸੇ ਦੀ ਕੋਈ ਪ੍ਰੋਬਲਮ ਆ, ਐ ਨਹੀਂ ਹੈਗਾ ਵੀ ਉਹਨੂੰ ਛੱਡ ਦਿੱਤਾ ਜਾਊਗਾ। ਮੇਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਜੋਸ਼ ਤਾਂ ਹੈ ਆਪਣੇ ਵਿੱਚ, ਪਰ ਹੋਸ਼ ਲਿਖਣੀ ਬਹੁਤ ਜ਼ਰੂਰੀ ਆ। ਉਦੋਂ ਕੋਈ ਵੀ ਕੋਈ ਅੰਦੋਲਨ ਜਿੱਤਿਆ ਜਾਂਦਾ ਉਹ ਸ਼ਾਂਤਮਈ ਤਰੀਕੇ ਨਾਲ ਜਿੱਤਿਆ ਜਾਂਦਾ। ਸ਼ਾਂਤ ਰਹਾਂਗੇ। ਦੇਖੋ ਪਿਛਲੀ ਆਜ਼ਾਦੀ ਦੇ ਵਿੱਚ ਵੀ 2 ਧਿਰਾਂ ਹੋਈਆਂ, ਇੱਕ ਸ਼ਾਂਤੀ ਦੇ ਪੁਜਾਰੀ ਸੀ, ਇੱਕ ਗਰਬ ਧੜੀਏ ਸੀ। ਇਹ ਤਾਂ ਚੱਲਣੀ ਆ, ਗਰਬ ਵੀ ਹੋਣਗੇ, ਸ਼ਾਂਤੀ ਦੇ ਪੁਜਾਰੀ ਹੋਣਗੇ। ਪਹਿਲਾਂ ਸ਼ਾਂਤੀ ਰੱਖਣੀ ਆ, ਜਦੋਂ ਫਿਰ ਕਹਿੰਦੇ ਹੁੰਦੇ ਆਪ ਹੀ ਉਹ ਨਿਦਾਨ ਬਣੇ ਤਦ ਹੀ ਰਨ ਵਿੱਚ ਜੂਝ ਪੜੂ, ਤਾਂ ਉਹ ਫਿਰ ਉਸ ਤੋਂ ਬਾਅਦ ਵੀ ਮੌਕਾ ਮਿਲਣਾ ਹੀ ਮਿਲਣਾ। ਇਹ ਤਾਂ ਤੁਹਾਡੀ ਕਰੋ ਜਾਂ ਮਰੋ ਵਾਲੀ ਲੜਾਈ ਆ। ਪਹਿਲਾ ਹੱਥਕੰਡਾ, ਪਹਿਲਾ ਸਟੈਪ ਸ਼ਾਂਤਮਈ ਸਰਕਾਰਾਂ ਨੂੰ ਆਪਦਾ ਰੋਸ ਦਿਖਾਉਣਾ, ਆਪਦਾ ਇਕੱਠ ਦਿਖਾਉਣਾ, ਆਪਦੀਆਂ ਮੰਗਾਂ ਨੂੰ ਜਾਇਜ਼ ਡਰਾਉਣਾ। ਮੰਗਾਂ ਤੁਹਾਡੀਆਂ ਜਾਇਜ਼ ਨੇ, ਉਹ ਸੈਂਟਰ ਸਰਕਾਰ ਮੰਨ ਰਹੀ ਆ, ਸੈਂਟਰ ਮੰਨਦੀ ਆ ਵੀ ਮੰਗਾਂ ਜਾਇਜ਼ ਹੈ, ਪਰ ਜਿਹੜਾ ਉਹ ਕਿੱਲਾ ਅੜਿਆ ਹੋਇਆ ਵੀ ਮੈਂ ਰਾਜ ਕਰ ਰਿਹਾ, ਮੇਰੇ ਕੋਈ ਜਿਹੜੀ ਗੱਲ ਆ ਮੈਂ 7 ਸਾਲਾਂ ਦੇ ਵਿੱਚ ਜੋ ਮੈਂ ਕੀਤਾ ਮੈਂ ਉਹੀ ਕੀਤਾ, ਬਸ ਉੱਥੇ ਹੀ ਗੱਲ ਅੜੀ ਹੋਈ ਆ ਵੀਰੋ। ਅੱਜ ਤੁਸੀਂ ਦੇਖ ਰਹੇ ਹੋ ਆਪਣਾ ਬਾਹਰਲਾ ਸਮਾਜ, ਬਾਹਰਲੀਆਂ ਸ਼ਖਸੀਅਤਾਂ, ਨਾਮਵਰ ਸ਼ਖਸੀਅਤਾਂ ਅੱਜ ਟਵੀਟ ਕਰ ਤੁਹਾਡੇ ਨਾਲ ਜੁੜ ਰਹੀਆਂ ਨੇ। ਤੁਹਾਡਾ ਅੰਦੋਲਨ ਨੈਸ਼ਨਲ ਪੱਧਰ ਤੇ ਨਹੀਂ, ਹੁਣ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਚੁੱਕਿਆ। ਅੱਜ ਦੇ ਟਵੀਟ ਤੋਂ ਬਾਅਦ ਕੱਲ ਤੋਂ ਮੋਦੀ ਸਰਕਾਰ ਨੂੰ ਇੰਨੀ ਪ੍ਰੋਬਲਮ ਸ਼ੁਰੂ ਹੋਈ ਆ, ਇੰਨੇ ਬੈਕਵਰਡ ਤੇ ਆਈ ਆ, ਤੁਸੀਂ ਫੇਸਬੁੱਕ ਸਾਰੇ ਦੇਖ ਹੀ ਰਹੇ ਹੋ। ਜਦੋਂ ਕੋਈ ਬੰਦਾ ਬਾਹਰਲਾ ਬੰਦਾ, ਕਿਸਾਨੀ ਦੇ ਅਨਨੋਨ ਬੰਦਾ ਜਿਹੜਾ ਕਿ ਪੰਜਾਬ ਬਾਰੇ ਨਹੀਂ ਜਾਣਦਾ, ਉਹ ਪੰਜਾਬ ਦੇ ਕਿਸਾਨ ਦੀ ਜਥੇਬੰਦੀਆਂ ਲਈ, ਪੰਜਾਬ ਦੇ ਲੋਕਾਂ ਲਈ, ਦੇਸ਼ ਦੇ ਲੋਕਾਂ ਲਈ, ਪੰਜਾਬ ਦੇ ਲੋਕਾਂ ਦੇ ਨਹੀਂ ਦੇਸ਼ ਦੇ ਲੋਕਾਂ ਲਈ ਪੈਸੇ ਭੇਜ ਰਿਹਾ, ਡੋਨੇਟ ਕਰ ਰਿਹਾ, ਆਪ ਦਾ ਇਸ ਅੰਦੋਲਨ ਨੂੰ ਹਿੱਸਾ ਪਾ ਰਿਹਾ, ਉਹ ਜਾਇਜ਼ ਦੱਸ ਰਿਹਾ। ਇਸ ਤੋਂ ਵੱਧ ਕੇ ਸਪੋਰਟ ਹੋ ਨਹੀਂ ਸਕਦੇ। ਤੁਸੀਂ ਹੁਣ ਦੇਖੋਗੇ ਸ਼ਿਵ ਸੈਨਾ ਦੇ ਲੋਕ, BJP ਦੇ ਲੋਕ, ਅੱਜ ਤੁਸੀਂ ਦੇਖਿਆ ਕਰੋ ਸੋਸ਼ਲ ਮੀਡੀਆ ਤੇ ਕਿੰਨੇ ਤੁਹਾਡੇ ਨਾਲ ਜੁੜ ਰਹੇ ਨੇ, ਤੁਹਾਡੀ ਖਾਤਰ ਅਸਤੀਫਾ ਦੇ ਰਹੇ ਨੇ। ਔਰ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਜਿਹੜੇ ਬੜੇ ਆਪਣੇ ਕਾਨੂੰਨ, ਇਹ ਸਾਰੇ ਤਿੰਨੋਂ ਦੇ ਤਿੰਨੇ ਗਲਤ ਆ। ਤੁਸੀਂ ਸਾਰੇ ਕਾਨੂੰਨਾਂ ਨੂੰ ਭਲੀ ਭਾਂਤ ਜਾਣੋ। ਮੈਂ ਜ਼ਿਆਦਾ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ, ਤੇ ਮੇਰਾ ਮਤਲਬ ਤਾਂ ਇਹ ਆ ਵੀ ਜੋ ਹੁਣ ਦੇਖੋ ਰੌਲਾ ਰੱਪਾ ਕੋਈ ਨਹੀਂ ਪਾਉਣਾ। ਹਰੇਕ ਬੰਦਾ ਜਿਹੜਾ ਕੋਈ ਆਪਣੇ ਮਨ ਦੇ ਵਿੱਚੋਂ ਵਿਚਾਰ ਦੱਸਣਾ ਚਾਹੁੰਦਾ, 1 ਬਾਈ 1 ਕਰਕੇ ਖੜਾ ਹੋਵੇ, ਦੱਸੇ, ਫਿਰ ਉਦੋਂ ਬਾਅਦ ਜਿਹੜਾ ਨਿਚੋੜ ਨਿਕਲੂਗਾ ਆਪਾਂ ਉਸ ਚੀਜ਼ ਨੂੰ ਲਾਗੂ ਕਰ ਦਿਆਂਗੇ। ਦੇਖੋ ਧੱਕੇ ਨਾਲ ਕੋਈ ਕੰਮ ਨਹੀਂ ਹੁੰਦਾ, ਦਿਲੋਂ ਆਪਾਂ ਦਿਲੋਂ ਜੁੜਨਾ। ਜੇ ਸੰਘਰਸ਼ ਲਈ ਦਿਲੋਂ ਨਾ ਜੁੜੇ ਤਾਂ ਫਿਰ ਕੋਈ ਮਤਲਬ ਨਹੀਂ। ਇੱਥੇ ਪਾਰਟੀ ਵਾਈ ਦਾ, ਰਾਜਨੀਤੀ ਦਾ, ਅੱਜ ਰਾਜਨੀਤੀ ਦੀ ਲੋੜ ਨਹੀਂ। ਅੱਜ ਪਿੰਡ ਨੂੰ ਬਚਾਉਣਾ, ਪੰਜਾਬ ਨੂੰ ਬਚਾਉਣਾ, ਦੇਸ਼ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ, ਇਹਨਾਂ ਨੌਜਵਾਨਾਂ ਨੂੰ ਬਚਾਉਣਾ, ਸਾਡੇ ਬਜ਼ੁਰਗਾਂ ਨੂੰ ਬਚਾਉਣਾ। ਉਹ ਸਾਰੇ ਭਾਗੀਦਾਰੋਂ ਇਕਜੁੱਟ ਹੋ ਕੇ ਜਦੋਂ ਆਪਾਂ ਲੜਾਂਗੇ, ਸੰਘਰਸ਼ ਲਈ ਅੱਗੇ ਆਵਾਂਗੇ, ਇਕੱਠ ਵਿਖਾਵਾਂਗੇ, ਤਾਂ ਆਪਣੀ ਨਿਸ਼ਚੈ ਹੀ ਜਿੱਤ ਹੋਊਗੀ। ਹੁਣ ਵਾਰੀ-ਵਾਰੀ ਮੈਂ ਬੇਨਤੀ ਕਰਦਾ ਵੀ ਆਰਾਮ ਨਾਲ ਇੱਕ ਕਰਕੇ ਆਪਦਾ ਜੋ ਵੀ ਸੰਗਤ ਵਿਚਾਰ ਜਿਹੜੀ ਦੇਵੇ, ਉਸ ਤੋਂ ਬਾਅਦ ਫਿਰ ਅਸੀਂ ਸਾਰੇ ਜਾਣੇ ਹੀ ਉਹਦਾ ਨਿਚੋੜ ਕਰਕੇ ਉਹਨੂੰ ਲਾਗੂ ਕਰ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਤਾਂ ਵੀਰੋ ਦੇਖੋ ਇਹੀ ਬੇਨਤੀ ਆ, ਕਿਸੇ ਇਕੱਲੇ ਕਰੇ ਦਾ ਕੰਮ ਨਹੀਂ ਹੈ, ਸਾਰੇ ਆਪਣੇ ਭਰਾਵਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਸਾਰਿਆਂ ਦਾ ਹੱਕ। ਉੱਥੇ ਆਪਾਂ ਚੱਲੋ, 10-10 ਬੰਦੇ ਦੀ ਰੱਖੋ ਸਪੀਡ, 10 ਆ ਜਾਣ, 10 ਜਾਵਣ, 10 ਦਿਨ ਦਾ ਰੱਖ ਕੇ, ਕਿਉਂ ਖਰਚਾ ਬਹੁਤ ਪੈ ਜਾਂਦਾ ਗੱਡੀ ਦਾ। ਜੇ ਹੁਣ ਆਪਾਂ ਕਹੀਏ ਵੀ 5 ਚੋਂ ਜਾ ਕੇ ਫੇਰ ਮੁੜੋ ਝੜਦੇ ਭੱਜਿਆਓ, ਪਰ ਇੱਕ ਨਾ ਰੱਖੋ, 10-10 ਬੰਦੇ ਜਾਓ। ਉੱਥੇ ਪੈਣ ਦਾ ਵੀ ਔਖਾ, ਬੜਾ ਇਕੱਠ ਬਹੁਤ ਜ਼ਿਆਦਾ ਹੋ ਗਿਆ ਉੱਥੇ, ਜਾਣੀ 10 ਕੁ ਬੰਦੇ ਹੀ ਆਰਾਮ ਨਾਲ ਆਪਣੇ ਜਿਹੜਾ ਕੁਆਟਰ ਆ ਜਾਂ ਟਰਾਲੀ ਆ, ਹੈ ਹਾਂ ਸਾਰੇ ਜਾਓ, ਤੇ ਬਦਲ ਕੇ ਜਾਓ, ਮਿਲ ਕੇ ਚੱਲੋ। ਇੱਥੇ ਲਿਖੋ ਜਿਵੇਂ ਜਿਵੇਂ ਬੰਦਿਆਂ ਨੇ ਜਾਣਾ ਉਵੇਂ ਜਾਓ। ਜਾ ਕੇ ਦੇਖੋ ਤੁਸੀਂ, ਜਿਹੜੇ ਹਰਿਆਣੇ ਦੇ ਬੰਦੇ ਆ, 2-2 ਟਰਾਲੀਆਂ ਪਾਈਆਂ, ਨਰਮਲ ਬੈਠਾ ਕੋਲੇ 2-2 ਟਰਾਲੀਆਂ ਪਾਈਆਂ, ਵੀ ਉਹਨਾਂ ਦੇ ਮਗਰ ਬੁੜੀਆਂ ਇਕੱਲੀਆਂ ਜਾਂਦੀਆਂ ਉਹਨਾਂ ਦੀ, ਸਾਰੀ ਦਿਹਾੜੀ ਉੱਥੇ ਰਹਿੰਦੀਆਂ ਉਹ।
ਜਿਹੜੀਆਂ ਇੰਨਾ ਕਾ ਦੇਖੋ ਆਦਾ ਵਿਚਾਰ ਕਰੋ ਆਪਾਂ 10 ਬੰਦਿਆਂ ਦਾ ਗਰੁੱਪ ਬਣਾ ਕੇ ਭੇਜੋ ਉਹਨਾਂ ਨੂੰ ਉੱਥੇ ਤੇ ਉੱਥੇ 10 ਦਿਨ ਲਾਓ 10 ਦਿਨ ਬਾਅਦ ਮੁੜੋ ਉਹਨੂੰ ਗੱਡੀ ਵੀ ਮਿਲੀ ਵੀ ਤੇਲ ਦੇ ਪੈਸੇ ਮਿਲਣਗੇ ਇਹ ਮੜਾ ਉੱਠ ਗਏ ਹਾਂ ਪੈਸੇ ਮਿਲਣਗੇ 2 ਦਿਨਾਂ ਵਾਲੇ ਨੂੰ ਆਓ ਟੈਸਟ ਬਣਾ ਲਓ ਉੱਧਰ ਬੇਜਾ ਕੁਰਸੀ ਤੇ ਉੱਥੇ ਬੇਜਾ ਤੂੰ ਕਹਿ ਯਾਰ ਨਿਰਮਲ ਤੇ ਖੜਾ ਆਪਣਾ ਕਮਾਨ ਕਰਨਾ ਦੇ ਵਿਚਾਰ ਮੈਂ ਹੋਰ ਦੱਸੋ ਕਿ ਕੋਈ ਵਿਚਾਰ ਆਪਣਾ ਬਜ਼ੁਰਗ ਬੰਦੇ ਜਿਹੜਾ ਕੋਈ ਵਿਚਾਰ ਫੜ ਕੇ ਦੋਜੀ ਫਿਰ ਉਸ ਤੋਂ ਬਾਅਦ ਆਪਾਂ ਰਿਪੋਰਟ ਕਰਦੇ ਹਾਂ ਵੀ ਆਹ ਚੀਜ਼ ਪਾਈ ਹੋਈ ਹੈ ਸਾਰਿਆਂ ਦਾ ਚਾਹੀ ਲਾਈ ਆਉਂਦੇ ਪਰ ਰਾਜਨੀਤੀ ਵਾਲੀ ਗੱਲ ਕੋਈ ਨਹੀਂ ਕਰਨੀ ਮੈਂ ਤੁਹਾਡੀ ਬੇਨਤੀ ਆ ਇਹ ਕਿਸਾਨੀ ਅੰਦੋਲਨ ਆਪਣਾ ਸਾਰਿਆਂ ਦਾ ਅੰਦੋਲਨ ਸਾਰੇ ਹੀ ਭਰਾ ਆ ਸਾਰੇ ਪਿੰਡ ਵਾਸੀ ਆ 100 ਵੱਖਰੇ ਵੀ ਹੋ ਸਕਦੇ ਆ ਪਰ ਇਹ ਮੁੱਦੇ ਤੇ ਜਦੋਂ ਗੱਲ ਚ ਭਰਾਸਾ ਪੈ ਹੀ ਗਿਆ ਤਾਂ ਮਰਨਾ ਸਾਰਿਆਂ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਆਪਣੇ ਨਾ ਪਿੰਡ ਦੇ ਵਿੱਚ ਹੋਰ ਬਹੁਤ ਗੱਲਾਂ ਹੁੰਦੀਆਂ ਵੀ ਕੋਈ ਜੀ ਉੱਥੇ ਦਾਰੂ ਪੀਂਦਾ ਕੋਈ ਉੱਥੇ ਇਹ ਕਰਦਾ ਜੇ ਕਿਸੇ ਨੂੰ ਕੋਈ ਕਮੇਟੀ ਨਹੀਂ ਮਨਜ਼ੂਰ ਤਾਂ ਆਪਣੀ ਜ਼ਿੰਮੇਵਾਰੀ ਸਮਝੋ ਸਭ ਤੋਂ ਲਓ ਹਿਸਾਬ ਦਾ ਜੇ ਕੋਈ ਬੰਦਾ ਕਹਿੰਦਾ ਵੀ ਅਸੀਂ ਉੱਥੇ ਬੰਦੇ ਨੂੰ ਪੈਸੇ ਨਹੀਂ ਦੇਣੇ ਰਾਸ਼ਨ ਨੂੰ ਦੇਣੇ ਆ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਅਸੀਂ ਉਹਦੇ ਘਰੋਂ ਕਰਾਂਗੇ ਜਦੋਂ ਜਾਵਾਂਗੇ ਇਹ ਕਮੇਟੀ ਬਣੀ ਆ ਕਿਸੇ ਗੱਲ ਨੂੰ ਬਣਾਈ ਆ ਆਪਣਾ ਘਰ ਦੀ ਇੱਕ ਬੰਦਾ ਚਲਾਉਂਦਾ ਪਿੰਡ ਦੀ ਪੰਚਾਇਤ ਹੁੰਦੀ ਆ ਤਾਂ ਐਮਐਲਏ ਹੁੰਦੇ ਆ ਸਮਝੇਗਾ ਜੇ ਕਮੇਟੀ ਨਹੀਂ ਮਨਜ਼ੂਰ ਤਾਂ ਕਾਪੀਆਂ ਸਾਂਭੋ ਜ਼ਿੰਮੇਵਾਰੀ ਸਾਂਭੋ ਨਹੀਂ ਉਹਨਾਂ ਨੂੰ ਪੁੱਛ ਕੇ ਪੈਸੇ ਦਿਓ ਕਿਸੇ 2 ਦਿਨਾਂ ਨੂੰ ਪੈਸੇ ਨਹੀਂ ਦੇਣੇ ਜਿਹੜਾ 10 ਦਿਨ ਦਾ ਉਹਨੂੰ ਗੱਡੀ ਵੀ ਮਿਲੂ ਤੇਲ ਦੇ ਪੈਸੇ ਮਿਲ ਗਏ ਹਿਸਾਬ ਕਿਤਾਬ ਵੀ ਬੋਲਿਆ ਜੀ ਜਿਹੜਾ ਹੋਰ ਕੋਈ ਆਉਣਾ ਚਾਹੁੰਦਾ ਨਾ ਬੰਦਾ ਜੁੜਨਾ ਚਾਹੀਦਾ ਉਹ ਵੀ ਨਾਲ ਖਾ ਸਕਦਾ ਕੋਈ ਵੀ ਕਮੇਟੀ ਦੇਖੋ ਇਹ ਬੰਦੇ ਜਾਂਦੇ ਆਉਂਦੇ ਆ ਜਾਨ ਤੜਕ ਕਰਕੇ ਜਾਂਦੇ ਆ ਘਰ ਦਾ ਕੰਮ ਛੱਡਦੇ ਆ ਬੱਚੇ ਛੱਡਦੇ ਆ ਤੇ ਜੇ ਅਸੀਂ ਖੁੱਡਾਂ ਤੇ ਬਹਿ ਕੇ ਖੁੱਡ ਜਾਂਦੇ ਦੇ ਵਿਰੁੱਧ ਕਰਦੇ ਮੈਂ ਇਹ ਕਹਿੰਦਾ ਵੀ ਉਹ ਬੰਦਾ ਇੱਕ ਬਾਪੂ ਬੰਦਾ ਹੀ ਨਹੀਂ ਹੈ ਜਿਹੜਾ ਇਹਨੇ ਬਾਦਸ਼ਾਹ ਕਰਦਾ ਇੱਕ ਸੁਣੋ ਜੇ ਅਸੀਂ ਖਾਤਾ ਦਿੰਦੇ ਆ ਜੇ ਅਸੀਂ ਖਾਤਾ ਦੇਤਾ ਤਾਂ ਉੱਤੇ ਪੇਮੈਂਟ ਪ੍ਰਾਪਤ ਕਰੋ ਬਿਲਕੁਲ 16 ਦੇ ਸਾਥਾਂ 'ਚ ਰਹੋ ਇਕੱਠੇ ਹੋਏ ਆ ਧੰਨਵਾਦ ਕਰੋ ਇਹਨਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਤਹਿ ਦਿਲੋਂ ਵੀ ਜਿਹੜੇ ਇਹ ਤੀਜੇ ਦਿਨ ਉੱਠ ਕੇ ਤੁਰ ਪੈਂਦੇ ਆ ਉੱਠ ਕੇ ਤਾਂ ਦੋੜ ਨਾ ਗੱਲਾਂ ਫੇਰ ਕਰਿਓ ਜਿਹੜਾ ਪ੍ਰੋਪਗੈਂਡਾ ਕਰਦਾ ਨਾ ਉੱਠ ਕੇ ਤੁਰੋ ਗੱਲਾਂ ਫੇਰ ਆ ਕੇ ਕਰਦਾ ਵੀ ਹਾਂ ਵਾਕਈ ਅਸੀਂ ਬਾਰੀ ਇਹਨਾਂ ਦਾ ਇਹ ਫਾਲਤੂ ਗੱਲਾਂ ਬੰਦ ਕਰ ਦਿਓ ਵੀਰੋ ਚੱਲੋ ਇਹਨਾਂ ਦਾ ਸਾਥ ਦਿਓ ਸਾਰਿਆਂ ਦਾ ਕੰਮ ਰਾਜਨੀਤੀ ਸਾਡੇ ਕੋਲ ਜੋ ਵੀ ਪੈਸਾ ਕਿਸੇ ਪਿੰਡ ਵਾਲੇ ਨੇ ਦਿੱਤਾ ਸਾਤੋਂ ਜਦੋਂ ਮਰਜ਼ੀ ਹਿਸਾਬ ਲੈ ਸਕਦੇ ਅਸੀਂ 10 ਦਿਨ ਰਹਿ ਕੇ ਆਏ ਆ ਦੇਖੋ ਜੀ ਇੱਕ ਮਿੰਟ ਅਸੀਂ 10 ਦਿਨ ਰਹਿ ਕੇ ਆਏ ਆ ਪਹਿਲਾਂ ਆ ਨਿਰਮਲ ਕੋਲੇ ਕਾਪੀ ਆ 250 ਰੁਪਇਆ ਸਾਡਾ ਖਰਚਾ ਹੋਇਆਗਾ ਜਿਹੜੀ ਦਾਲ 13 ਮੁੰਡਿਆਂ ਦਾ 13 ਮੁੰਡਿਆਂ ਦਾ ਪਿੰਡ ਖਾ ਕੇ ਦੇਖੋ 13 ਅਸੀਂ ਦਾਰੂ ਪੀਣੇ ਆ ਜਾਂ ਪੱਲੇ ਪੀਣੇ ਆ ਪਿੰਡ ਦੀ ਨਹੀਂ ਗਈ ਗੱਲਾਂ ਮਾਰ ਕੇ ਤੇ ਗੱਲਾਂ ਕਰਦੇ ਖਰਚਾ ਦੇਵਾਂਗੇ ਹਾਂ ਦੇਖੋ ਜਿਹੜਾ ਜਾ ਸਕੋ ਜਿਹੜਾ ਵੀ ਮਰਜ਼ੀ ਜਾਓ ਉਹਨੂੰ ਬੰਦੇ ਨੂੰ ਖਰਚਾ ਦੇਵਾਂਗੇ ਜਾਣਾ ਹਰੇਕ ਨੂੰ ਪਊਗਾ ਜਿਹੜਾ ਨਹੀਂ ਜਾ ਸਕਦਾ ਉਹ ਤੇ 1500 ਰੁਪਏ ਤੋਂ ਲਿਆ ਜਾ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਮੁੰਡਾ ਜੀ ਸਾਰਿਆਂ ਨੂੰ ਪਹਿਲਾਂ ਦਾ ਬੈਠਾ ਇਹਦੇ ਕੋਲੇ ਜ਼ਮੀਨ ਹੈਗੀ ਆ ਲੋਕ ਇੱਥੇ ਰੌਲਾ ਪਾਉਂਦੇ ਕਿ ਸਨੀ ਹੁਣੀ ਇੱਥੇ ਖਾਣ ਦੇ ਮਾਰੇ ਬੈਠਾ ਇਹ ਬੰਦੇ ਨੇ ਜਿੰਨੇ ਪੈਸੇ ਰੂਟਾ ਬੀਟਰ ਵੇਲੇ ਕਮਾਏ ਸੀ ਇਹਨੇ ਆਪਦੀ ਜੇਬ ਤੋਂ ਸਾਰੇ ਦੇ ਸਾਰੇ ਖਰਚ ਤੇ ਆਪਦੇ ਘਰੋਂ ਬੰਦਾ ਪੈਸੇ ਲੈ ਕੇ ਜਾਂਦਾ ਹੈ। ਹਜੇ ਲੋਕ ਕਹਿੰਦੇ ਕਿ ਕਮਲੇ ਦੇ ਸਨੀ ਹੁਣੀ ਉੱਥੇ ਬੈਠੇ ਆ ਉਹ ਦਾਰੂ ਜਾਂ ਮੀਟ ਖਾਣ ਦੇ ਮਾਰੇ ਬੈਠਾ ਉੱਤੇ ਗੇੜੇ ਦਿੰਦੇ ਆ ਇਹ ਬੰਦੇ ਨੇ ਕੀ ਖਾਦਾ ਜਾਂ ਇਹਦੇ ਕੋਲ ਜ਼ਮੀਨ ਹੈ ਕਿ 2 ਰਸ ਦੇ ਘਰ ਇਹ ਬੰਦੇ ਕੋਲੇ ਸਾਰਿਆਂ ਨੂੰ ਵੱਧ ਟਾਈਮ ਦਾ ਬੈਠਾ ਇਹ ਬੰਦਾ ਉਹ ਨੇਕ ਸਿੰਘ ਬੈਠਾ ਉਹ ਬੰਦਾ ਧਰਨੇ ਤੇ ਬਿਮਾਰ ਹੋ ਗਿਆ ਕਿਸੇ ਬੰਦੇ ਨੇ ਪਿੰਡ ਦੇ ਨੇ ਜਾ ਕੇ ਪੁੱਛਿਆ ਬੰਦੇ ਨੂੰ ਕਿ ਤੇਰਾ ਕਿੰਨਾ ਖਰਚਾ ਹੋ ਗਿਆ ਤੂੰ ਉੱਥੇ ਬਿਮਾਰ ਹੋ ਗਿਆ ਅਸੀਂ ਤੇਰਾ ਇਲਾਜ ਕਰਾਉਂਦੇ ਆ ਆਲਟਾ ਇੱਥੇ ਵੱਖਰੀਆਂ ਗੱਲਾਂ ਕਰਦੇ ਆ ਪ੍ਰਚਾਰ ਕਰਦੇ ਆ ਇੱਥੋਂ ਚੁੱਪ ਕਰਕੇ ਗੱਡੀ ਚੱਕਦੇ ਆ ਕਿ ਉਹ ਬੰਦੇ ਖਾਣ ਮਾਰੇ ਤੁਰ ਜਾਂਦੇ ਆ ਕੋਈ ਬੰਦਾ ਉੱਠ ਕੇ ਹੱਥ ਖੜਾ ਕਰੇ ਕਿ ਨੇਕ ਦੇ ਕਰੇ ਕਿਸੇ ਨੇ ਜਾ ਕੇ ਪੁੱਛਿਆ ਹੋਵੇ ਸਭ ਤੋਂ ਪਹਿਲਾਂ ਅਸੀਂ ਬਾਰਡਰ ਭੰਨਿਆ ਕਹਿੰਦੇ ਜਿਹੜੇ ਬੇਈਆਂ ਰੋਟੀਆਂ ਖਾਧੀਆਂ ਸੀ 20 ਪਰੌਠੇ ਆ ਦੇ ਘਰੋਂ ਪਕਾ ਕੇ ਦੇ ਕੇ ਗਏ ਸੀਗੇ 12 ਬੰਦੇ ਸੀ ਤਿੰਨ ਦਿਨ 2 ਪਰੌਠੇ ਬਈ 4 ਨਾ ਖਾਧੇ ਆ ਨੂਣ ਵਾਲਾ ਪਾਣੀ ਪੀਤਾ ਕੋਈ ਬੰਦਾ ਉੱਠ ਕੇ ਕਹੇ ਕਿ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੋਵੇ 2 ਬੰਦਿਆਂ ਦੇ ਸੱਟਾਂ ਵੱਜੀਆਂ ਇੱਕ ਸੁੱਕ ਦੇ ਇੱਕ ਗੁੰਗੇ ਦੇ ਮੁੰਡੇ ਦੇ ਰਾਜੂ ਦੇ ਵੱਜੀਆਂ ਕਿਸੇ ਬੰਦੇ ਨੇ ਪਾਜਾ ਜਾਂ ਡੰਡੇ ਨੇ ਕਿ ਬਹੁਤ ਵਾਰ ਬੰਦਿਆਂ ਦਾ ਹੱਕ ਨਹੀਂ ਸੀਗਾ ਉੱਥੇ ਜਾ ਕੇ ਪੁੱਛਣ ਦਾ ਵੀ ਕੀ ਗੱਲ ਹੋਈ ਤੁਹਾਡੇ ਨਾਲ ਕੀ ਹੋਇਆ ਕਿ ਨਹੀਂ ਹੋਇਆ ਕੁਛ। ਫਾਲਤੂ ਗੱਲਾਂ ਹਜੇ ਕਰਨ ਦਾ ਕੋਈ ਫਾਇਦਾ ਨਹੀਂ
ਜਿਹੜੇ ਬੰਦੇ 'ਚ ਕੋਈ ਇਹੋ ਜਿਹੀ ਗੱਲ ਆ ਉਹ ਬੰਦਾ ਉੱਥੇ ਜਾ ਕੇ ਬੈਠ ਕੇ ਖਾ ਕੇ ਦੇਖੇ। ਕੋਈ ਕਹਿੰਦਾ ਖੋਆ ਖਾਣ ਜਾਂਦਾ, ਕੋਈ ਕਹਿੰਦਾ ਬਦਾਮ ਖਾਣ ਜਾਂਦੇ ਆ। ਜਾਓ ਤਾਂ ਸਹੀ, ਫੇਰ ਹੀ ਪਤਾ ਲੱਗਦਾ। ਉੱਥੇ ਜਾ ਕੇ ਪਤਾ ਲੱਗਦਾ ਇੱਥੇ ਬੰਦਾ 250 ਦੀ ਬੋਤਲ ਪੀਂਦਾ, ਉੱਥੇ 80 ਦੀ, ਉਹਨੂੰ ਉੱਥੇ ਵੀ ਨਹੀਂ ਸੋਚਿਆ ਕਿੱਥੇ ਆ। ਹੁਣ ਪਤਾ ਲੱਗ ਜੂ, ਹੁਣ ਵਾਰੀ ਚੱਲਾਂਗੇ। ਹੁਣ ਬਰਾਮ ਖਾਣਾ ਇਹ ਫਾਲਤੂ ਗੱਲਾਂ ਦਾ ਕੋਈ ਫਾਇਦਾ ਨਹੀਂ ਨਹੀਂ ਭੱਜੇ ਉਹਦੇ ਹੱਥੋਂ। ਬੋਲੋ ਥੱਲੇ ਨਾ ਬੜਾ ਹੈਪੀ ਕੋਈ ਜਾਨ ਨਹੀਂ ਨਿਕਲਦੀ ਕਿ ਉੱਥੇ ਜਾ ਕੇ ਆਪਾਂ ਨਾ ਵੀ ਪੀਵਾਂਗੇ। ਫਿਰ ਕਿਹਨੇ ਜਾਣਾ ਹੀ ਨਹੀਂ ਪੈਂਦਾ। ਜਿਹੜਾ ਕੋਈ ਬਾਹਲਾ ਆਦੀ ਆ ਉਹ ਦੱਸ ਦੇ ਵੀ ਮੈਂ ਔਖਾ ਉਹਦੇ ਤੇ ਦੂਸ਼ਣ ਫੇਰ ਹੀ ਲੱਗਦਾ ਜਦੋਂ ਸ਼ਰਾਬ ਆਪ ਨਹੀਂ ਪੀਂਦਾ। ਇਹ ਹਮੇਸ਼ਾ ਕਿਉਂ ਆਪ ਨਹੀਂ ਪੀਂਦੇ ਆ ਜਿਹੜੇ ਮਤਲਬ ਕਾਪੀ ਵਾਲਿਆਂ ਇੱਥੇ ਹੱਥ ਖੜੇ ਕਰਾ ਲਓ 70% ਬੰਦੇ ਦਾਰੂ ਵਾਲੇ ਨਿਕਲੇ ਹੋਣੇ ਇੱਥੇ ਵੀ। ਕੌਣ ਨਹੀਂ ਪੀਂਦਾ ਦਾਰੂ? ਚੁੱਪ ਚੁੱਪ ਲੜਾਈ ਨਾ ਕਰੋ, ਚੁੱਪ ਕਰ ਯਾਰ ਹੁਣ ਉਹ ਤਾਂ